ਉਹਦੇ ਸਿੱਖ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅਸੀਂ ਤੁਹਾਡੇ ਵਾਸਤੇ ਕੁਝ ਨਵਾਂ ਲਿਆਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਉਸੇ ਨਵਾਂ ਕਰਨ ਦੀ ਕੋਸ਼ਿਸ਼ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਛਾਟਾ ਸਾਹਿਬ, ਜ਼ਿਲ੍ਹਾ ਅੰਮ੍ਰਿਤਸਰ ਦੀ ਨਗਰੀ ਦੇ ਵਿੱਚ ਪਿੰਡ ਬਾਸਰਕੇ ਗਿੱਲ। ਪਿੰਡ ਬਾਸਰਕੇ ਗਿੱਲ ਗੁਰਦੁਆਰਾ ਹੈ ਸੰਨ ਸਾਹਿਬ ਗੁਰਦੁਆਰੇ ਦਾ ਕੀ ਇਤਿਹਾਸ ਹੈ, ਸਾਡੇ ਨਾਲ ਗ੍ਰੰਥੀ ਸਿੰਘ ਜੁੜ ਚੁੱਕੇ ਨੇ। ਉਹਨਾਂ ਦੇ ਕੋਲੋਂ ਆਪਾਂ ਜਾਣਦੇ ਹਾਂ ਕਿ ਇੱਥੋਂ ਦੇ ਗੁਰਦੁਆਰੇ ਦਾ ਕੀ ਇਤਿਹਾਸ ਹੈ ਅਤੇ ਇਹ ਗੁਰਦੁਆਰਾ ਕਦੋਂ ਹੋਂਦ ਦੇ ਵਿੱਚ ਆਇਆ। ਸੋ ਭਾਈ ਸਾਹਿਬ ਜੀ, ਸਾਡੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਤੁਹਾਡਾ ਨਾਮ ਕੀ ਹੈ ਅਤੇ ਇਸ ਗੁਰਦੁਆਰੇ ਦਾ ਕੀ ਇਤਿਹਾਸ ਹੈ, ਸਾਡੇ ਨਾਲ ਥੋੜ੍ਹਾ ਜਿਹਾ ਅਤੇ ਸਰੋਤਿਆਂ ਨੂੰ ਚਾਨਣਾ ਜ਼ਰੂਰ ਪਾਇਓ। ਹਾਂਜੀ, ਦਾਸ ਦਾ ਨਾਮ ਗੁਰਜੰਟ ਸਿੰਘ, ਗ੍ਰੰਥੀ ਸਿੰਘ ਦੀ ਸੇਵਾ ਜੋ ਕਿ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨਾਂ 'ਤੇ ਨਿਭਾ ਰਿਹਾ ਜੀ। ਔਰ ਸੰਗਤ ਜੀ, ਇੱਥੋਂ ਦਾ ਇਤਿਹਾਸ ਇਹ ਆ ਕਿ ਜਦੋਂ ਗਰੀਬ ਨਵਾਜ ਤੀਸਰੇ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਖਡੂਰ ਸਾਹਿਬ ਦੀ ਧਰਤੀ 'ਤੇ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀਆਂ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਤਾਂ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਭਾਈ ਦਾਤੂ ਜੀ ਅਤੇ ਛੋਟੇ ਸਾਹਿਬਜ਼ਾਦੇ ਭਾਈ ਦਾਸੂ ਜੀ, ਇਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰਤਾ ਗੱਦੀ ਮਿਲਣ ਕਰਕੇ ਖਾਰ ਖਾਣ ਡੈ ਪਏ ਸੀ, ਈਰਖਾ ਕਰਨ ਡੈ ਪਏ ਸੀਗੇ। ਜਦੋਂ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਗੁਰੂ ਅਮਰਦਾਸ ਸਾਹਿਬ ਜੀ ਨੂੰ, ਤਾਂ ਬਚਨ ਕੀਤਾ ਸੀ ਕਿ ਆਪ ਜੀ ਜਾ ਕੇ ਹੁਣ ਖਡੂਰ ਸਾਹਿਬ ਵਾਸਾ ਕਰੋ। ਸਤਿਗੁਰਾਂ ਦਾ ਸਤ ਬਚਨ ਕਹਿ ਕੇ ਗਰੀਬ ਨਵਾਜ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਵਾਸਾ ਕੀਤਾ। ਔਰ ਉੱਥੇ ਸੰਗਤਾਂ ਕਾਫੀ ਵੱਡੇ ਪੱਧਰ 'ਤੇ ਆਉਣ ਲੱਗੀਆਂ, ਦੂਰ ਦੁਰਾਡੇ ਤੋਂ ਸੰਗਤਾਂ ਜਿਹੜੀਆਂ ਚੱਲ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਉਣ ਲੱਗੀਆਂ। ਔਰ ਜਦੋਂ ਇੱਕ ਦਿਨ ਦੀਵਾਨ ਲੱਗਾ ਸੀ, ਭਰੇ ਦੀਵਾਨ ਦੇ ਵਿੱਚ ਭਾਈ ਦਾਤੂ ਜੀ ਕੋ ਨਾ ਹੀ ਰਿਹਾ ਗਿਆ, ਈਰਖਾ ਦੇ ਵੱਸ ਹੋਇਆ। ਔਰ ਗਰੀਬ ਨਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਮਗਰੋਂ ਦੀ ਆਣ ਕੇ ਜ਼ੋਰ ਦੀ ਲੱਤ ਮਾਰੀ ਔਰ ਸੱਚੇ ਪਾਤਸ਼ਾਹ ਜੀ ਸਿੰਘਾਸਨ ਤੋਂ ਥੱਲੇ ਡਿੱਗੇ। ਔਰ ਉੱਠ ਕੇ ਇੱਕਦਮ ਭਾਈ ਦਾਤੂ ਜੀ ਦੀ ਚਰਨ ਚਾਪੀ ਕੀਤੀ, ਆਖਿਆ ਕਿ ਆਪ ਜੀ ਸਤਿਗੁਰਾਂ ਦੇ ਸਾਹਿਬਜ਼ਾਦੇ ਜੇ, ਆਪ ਜੀਆਂ ਦੇ ਚਰਨ ਬਹੁਤ ਕੋਮਲ ਨੇ, ਸਾਡਾ ਬਿਰਧ ਸਰੀਰ ਹੈ, ਆਪ ਜੀ ਨੂੰ ਸੱਟ ਲੱਗੀ ਹੋਵੇਗੀ। ਜਦੋਂ ਇਹ ਨਿਮਰਤਾ ਭਰੇ ਬਚਨ ਭਾਈ ਦਾਤੂ ਜੀ ਨੇ ਸੁਣੇ ਤਾਂ ਕਾਫੀ ਮਨ ਦੇ ਵਿੱਚ ਸ਼ਰਮਿੰਦਗੀ ਮਹਿਸੂਸ ਕੀਤੀ ਕਿ ਅਸਾਂ ਕਾਹਨੂੰ ਇਹ ਲੱਤ ਮਾਰਨੀ ਸੀਗੀ। ਔਰ ਸਤਿਗੁਰਾਂ ਨੂੰ ਫਿਰ ਫਰਮਾਇਆ ਵੀ ਕਿ ਆਪ ਇਸੇ ਨਿਮਰਤਾ ਦੇ ਅਧੀਨ ਇਸੇ ਕਰਕੇ ਜਿਹੜਾ ਗੁਰਤਾ ਗੱਦੀ 'ਤੇ ਕਾਬਜ ਹੋਏ ਜੇ। ਔਰ ਗਰੀਬ ਨਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਜਾਣ ਚੁੱਕੇ ਸੀਗੇ ਕਿ ਜੇਕਰ ਅਸੀਂ ਇੱਥੇ ਰਹੇ, ਇਸ ਹੋ ਸਕਦਾ ਸਾਡਾ ਨੁਕਸਾਨ ਜਾਂ ਸੰਗਤ ਦਾ ਜਿਹੜਾ ਵਾ ਇਹ ਨੁਕਸਾਨ ਕਰਨਗੇ। ਮਹਾਰਾਜ ਸਾਹਿਬ ਜੀ ਦੇ ਮਨ ਦੇ ਖਿਆਲ ਸੀ ਕਿ ਅਸੀਂ ਆਪਣੇ ਹੀ ਨਗਰ ਬਾਸਰਕੇ ਗਿੱਲਾਂ ਵਿੱਚ ਜਾ ਕੇ ਵਾਸਾ ਕਰੀਏ ਔਰ ਅਕਾਲ ਪੁਰਖ ਦੀ ਉਸਤਤ ਜਿਹੜੀ ਉਹ ਕਰੀਏ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਜਦੋਂ ਇਸ ਨਗਰ ਦੇ ਵਿੱਚ ਆਏ ਤਾਂ ਸੰਗਤ ਜੀ ਇਹ ਬਾਹਰ ਇੱਕ ਕੋਠਾ ਸੀਗਾ, ਕੱਚਾ ਕੋਠਾ, ਔਰ ਕੋਠੇ ਦੇ ਵਿੱਚ ਬੈਠ ਕੇ ਬਾਹਰ ਦਰਵਾਜ਼ੇ 'ਤੇ ਲਿਖ ਦਿੱਤਾ ਸੀਗਾ ਕਿ ਜੋ ਇਹ ਦਰਵਾਜ਼ਾ ਖੁੱਲ੍ਹੇਗਾ ਉਹ ਸਿੱਖ ਨਹੀਂ ਹੋਵੇਗਾ। ਔਰ ਸੱਚੇ ਪਾਤਸ਼ਾਹ ਜੀ ਆਪ ਅੰਦਰ ਚੌਂਕੜਾ ਮਾਰ ਕੇ ਬੈਠ ਗਏ, ਅਕਾਲ ਪੁਰਖ ਦੇ ਨਾਲ ਅਭੇਦ ਹੋਏ ਇਸ ਜਗ੍ਹਾ ਦੇ ਉੱਤੇ। ਔਰ ਉੱਧਰ ਗੋਇੰਦਵਾਲ ਸਾਹਿਬ ਜਦੋਂ ਸੰਗਤਾਂ ਲੱਭਣ ਲੱਗੀਆਂ ਸਤਿਗੁਰਾਂ ਨੂੰ, ਤਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਸਤਿਗੁਰਾਂ ਦੇ ਦਰਸ਼ਨ ਨਹੀਂ ਹੋ ਰਹੇ, ਕਿਰਪਾ ਕਰਕੇ ਸਾਨੂੰ ਸਤਿਗੁਰਾਂ ਦੇ ਜਿਹੜੇ ਦਰਸ਼ਨ ਹੈ ਉਹ ਕਰਾਉਣਾ ਕਰੋ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਫਿਰ ਇੱਥੇ ਜਦੋਂ ਸਮਾਧੀ ਦੇ ਵਿੱਚ ਇੱਕਮਿਕ ਹੋ ਕੇ ਅਕਾਲ ਪੁਰਖ ਦੇ ਨਾਲ ਬੈਠੇ ਹੀ, ਉੱਧਰ ਸੰਗਤਾਂ ਜਦੋਂ ਬੇਬਲ ਹੋਈਆਂ ਦਰਸ਼ਨਾਂ ਵਾਸਤੇ। ਔਰ ਬਾਬਾ ਬੁੱਢਾ ਸਾਹਿਬ ਜੀ ਵੀ ਆਪਣੇ 'ਤੇ ਗੱਲ ਨਾਲ ਲੈਂਦੇ ਹੋਏ ਬਾਬਾ ਜੀ ਨੇ ਕਿਹਾ ਕਿ ਆਪਾਂ ਸਤਿਗੁਰੂ ਜੀ ਜਿਹੜੀ ਘੋੜੀ 'ਤੇ ਸਵਾਰ ਹੁੰਦੇ ਨੇ ਉਹਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ ਸੰਗਤੀ ਰੂਪ ਦੇ ਵਿੱਚ, ਤਾਂ ਕਿ ਇਹ ਘੋੜੀ ਹੈ ਇਹ ਸਾਨੂੰ ਦੱਸੇਗੀ ਕਿ ਸਤਿਗੁਰੂ ਸਾਹਿਬ ਜੀ ਕਿੱਥੇ ਬੈਠੇ ਨੇ। ਔਰ ਬਾਬਾ ਬੁੱਢਾ ਸਾਹਿਬ ਜੀ ਨੇ ਇਸੇ ਤਰ੍ਹਾਂ ਹੀ ਕੀਤਾ, ਸੰਗਤ ਜੀ ਘੋੜੀ ਸ਼ਿੰਗਾਰੀ ਤਿਆਰ ਕੀਤੀ ਔਰ ਸੰਗਤੀ ਰੂਪ ਦੇ ਵਿੱਚ ਉਹ ਘੋੜੀ ਨੂੰ ਅਰਦਾਸ ਬੇਨਤੀ ਕੀਤੀ। ਫਿਰ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਜਦੋਂ ਇਹ ਘੋੜੀ ਅੱਗੇ ਚੱਲੀ, ਬਾਬਾ ਬੁੱਢਾ ਸਾਹਿਬ ਜੀ ਅਤੇ ਸੰਗਤਾਂ ਮਗਰ ਇਸ ਘੋੜੀ ਦੇ ਚੱਲੀਆਂ। ਔਰ ਘੋੜੀ ਇਹ ਆਣ ਕੇ ਇੱਥੇ ਕੋਠਾ ਸਾਹਿਬ ਸੰਨ ਸਾਹਿਬ ਦੇ ਅੱਗੇ ਦਰਵਾਜ਼ੇ ਦੇ ਅੱਗੇ ਰੁਕੀ ਆਣ ਕੇ। ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰਾਂ ਦਾ ਲਿਖਿਆ ਬਚਨ ਪੜ੍ਹਿਆ ਕਿ ਜੋ ਇਹ ਦਰਵਾਜ਼ਾ ਖੋਲ੍ਹੇਗਾ ਸਾਡਾ ਸਿੱਖ ਨਹੀਂ ਹੋਵੇਗਾ, ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਜੁਗਤੀ ਦੇ ਨਾਲ ਮਗਰੋਂ ਦੀ ਆਣ ਕੇ ਕੱਚੀ ਕੰਧ ਨੂੰ ਜਿਹੜੀ ਸੰਨ ਲਾ ਕੇ ਅੰਦਰ ਪ੍ਰਵੇਸ਼ ਹੋਏ ਔਰ ਸਤਿਗੁਰਾਂ ਜੀ ਦੇ ਦਰਸ਼ਨ ਕੀਤੇ। ਜਦੋਂ ਗਰੀਬ ਨਵਾਜ ਤੀਸਰੇ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਦੇ ਨੇਤਰ ਖੁੱਲ੍ਹੇ ਔਰ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਬਾਬਾ ਜੀ ਤੁਸੀਂ ਕੀ ਗੱਲ ਸਾਡਾ ਬਾਹਰ ਬਚਨ ਨਹੀਂ ਪੜ੍ਹਿਆ ਕਿ ਜੋ ਅਸੀਂ ਦਰਵਾਜ਼ੇ ਦੇ ਉੱਤੇ ਬਚਨ ਲਿਖਿਆ ਹੈ।
ਬਾਬਾ ਜੀ ਕਹਿਣ ਲੱਗੇ ਕਿ ਸਤਿਗੁਰੂ ਜੀ ਆਪ ਜੀ ਦਾ ਬਚਨ ਜਿਹੜਾ ਅਟਾਲਿਆ, ਅਸੀਂ ਤਾਂ ਨੂੰ ਜਦੋਂ ਇੰਨੀ ਗੱਲ ਕਹੀ ਤਾਂ ਸਤਿਗੁਰੂ ਸਾਹਿਬ ਜੀ ਪ੍ਰਸੰਨ ਹੋਏ। ਤਾਂ ਸੰਨ ਵਿੱਚ ਜੋ ਨਰ ਲਖ ਜਾਵੇ, ਸੋ ਨਰ ਜਮ ਨਾ ਪਾਵੇ। ਜੋ ਵੀ ਦੇ ਵਿੱਚੋਂ ਦੀ ਲੰਘੇਗਾ ਉਹ ਜਮਾਂ ਦੀ ਫਾਹੀ ਉਹਦੇ ਗਲ 'ਚ ਨਹੀਂ ਪਵੇਗੀ, ਉਹਦੀ 84 ਕੱਟੀ ਜਾਵੇਗੀ, ਉਹਦਾ ਆਵਾਗਾਉਣ ਦਾ ਚੱਕਰ ਜਿਹੜਾ ਖਤਮ ਹੋਵੇਗਾ। ਇਹ ਇੱਥੋਂ ਦਾ ਇਤਿਹਾਸ ਹੈ ਜੀ। ਭਾਈ ਸਾਹਿਬ ਜੀ, ਤੁਸੀਂ ਦੱਸਿਆ ਹੈ ਕਿ ਗੁਰੂ ਅਮਰਦਾਸ ਜੀ ਮਹਾਰਾਜ ਗੋਂਦਵਾਲ ਸਾਹਿਬ ਤੋਂ ਆਪਣੇ ਇੱਥੇ ਜਨਮ ਸਥਾਨ 'ਤੇ ਆ ਗਏ, ਅਤੇ ਜਿਹੜੀ ਘੋੜੀ ਸੀ ਗੁਰੂ ਮਹਾਰਾਜ ਦੀ ਘੋੜੀ ਉੱਥੇ ਰਹਿ ਗਈ। ਕਿ ਗੁਰੂ ਮਹਾਰਾਜ ਜੀ ਪੈਦਲ ਗੋਂਦਵਾਲ ਸਾਹਿਬ ਤੋਂ ਇੱਥੇ ਪਹੁੰਚੇ ਸੀ? ਹਾਂਜੀ ਬਿਲਕੁਲ ਜੀ, ਸਤਿਗੁਰੂ ਸਾਹਿਬ ਜੀ ਮਨੇਰੇ ਹੀ ਤੁਰੇ ਹੀ ਤਾਂ ਕਿ ਸੰਗਤ ਨੂੰ ਕਿਸੇ ਨੂੰ ਪਤਾ ਨਾ ਲੱਗੇ। ਜੋ ਇਹ ਗੱਲ ਜਿਹੜੀ ਹੈ ਸਤਿਗੁਰਾਂ ਨੇ ਹਰ ਇੱਕ ਤੋਂ ਲੁਕਾਈ, ਕਿਉਂਕਿ ਇਹ ਸਤਿਗੁਰਾਂ ਜੀ ਦੇ ਆਪਣੇ ਹੀ ਮਨ ਦੇ ਖਿਆਲ ਸੀਗੇ ਕਿ ਅਸੀਂ ਕਿਸੇ ਨੂੰ ਦੱਸੇ ਪੁੱਛੇ ਤੋਂ ਬਿਨਾਂ ਜਿਹੜਾ ਵਾ ਉਹ ਇੱਥੋਂ ਚਲੇ ਜਾਵਾਂਗੇ, ਤਾਂ ਕਿ ਗੁਪਤ ਰੂਪ ਹੋ ਕੇ ਜਾ ਕੇ ਬੈਠ ਜਾਵਾਂਗੇ ਜੀ। ਕੁਝ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਹੈ ਕਿ ਗੁਰੂ ਅਮਰਦਾਸ ਜੀ ਰੁੱਸ ਕੇ ਆਣ ਕੇ ਇੱਥੇ ਆਣ ਕੇ ਬੈਠ ਗਏ ਸੀ। ਰੋਸਾ ਤਾਂ ਵੇਖੋ ਜੀ, ਜਦੋਂ ਫਿਰ ਉਹਨਾਂ ਨੇ ਲੱਤ ਮਾਰੀ ਭਾਈ ਦਾਤੂ ਜੀ ਹੁਣਾਂ ਨੇ ਆਣ ਕੇ, ਤੇ ਰੋਸਾ ਤੇ ਸੱਚੇ ਪਾਤਸ਼ਾਹ ਜੀ ਦੇ ਮਨ ਦੇ ਵਿੱਚ ਇਹ ਸੀਗਾ ਕਿ ਮਤਲਬ ਕਿ ਅਸੀਂ ਤਾਂ ਕਿਸੇ ਨਾਲ ਕੋਈ ਮਾੜੀ ਚੰਗੀ ਵੀ ਨਹੀਂ ਕੀਤੀ, ਫਿਰ ਵੀ ਸਾਡੇ ਨਾਲ ਜਿਹੜੀ ਇੱਥੇ ਈਰਖਾ ਹੋ ਰਹੀ ਹੈ। ਇਹ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਨ ਦੇ ਵਿੱਚ ਰੋਸ ਵੀ ਸੀਗਾ ਜੀ। ਰੋਸ ਵੀ। ਇਸ ਅਸਥਾਨ 'ਤੇ ਆਣ ਕੇ ਗੁਰੂ ਮਹਾਰਾਜ ਜੀ ਕਿੰਨਾ ਸਮਾਂ ਜਿਹੜੇ ਨਾ ਬੰਦਗੀ ਦੇ ਵਿੱਚ ਭਗਤੀ 'ਚ ਲੀਨ ਹੋਏ ਸੀ? ਕਾਫੀ ਸਮਾਂ ਜਿਹੜਾ ਵਾ ਇੱਥੇ ਮਤਲਬ ਕਿ ਜਦੋਂ ਬੈਠੇ ਤਾਂ ਫਿਰ ਜਦੋਂ ਸੰਗਤਾਂ ਉੱਧਰ ਬੇਬਲ ਹੋਈਆਂ ਸਤਿਗੁਰਾਂ ਦੇ ਦਰਸ਼ਨ ਵਾਸਤੇ, ਜੋ ਕਿ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਜਿਹੜੀ ਇਹ ਬੇਨਤੀ ਕੀਤੀ ਗਈ ਸੀਗੀ। ਭਾਈ ਸਾਹਿਬ ਜੀ, ਨਾਰਾਜ਼ਗੀ ਤਾਂ ਭਾਈ ਦਾਤੂ ਤੇ ਭਾਈ ਦਾਸੂ ਦੇ ਨਾਲ ਸੀ, ਸੰਗਤਾਂ ਦੇ ਨਾਲ ਕਾਹਦੀ ਨਾਰਾਜ਼ਗੀ ਗੁਰੂ ਮਹਾਰਾਜ ਦੀ? ਅਤੇ ਫਿਰ ਇਹਨਾਂ ਨੇ ਉਹ ਪੰਕਤੀ ਲਿਖ ਕੇ ਕਿਉਂ ਬਾਹਰ ਲਾ ਦਿੱਤੀ ਕਿ ਜਿਹੜੇ ਮਤਲਬ ਸਾਡੇ ਇੱਥੇ ਦਰਸ਼ਨਾਂ ਨੂੰ ਆਉਣਗੇ ਉਹ ਸਾਡੇ ਸਿੱਖ ਨਹੀਂ ਹੋਣਗੇ? ਇਹ ਨਾਰਾਜ਼ਗੀ ਦੇ ਤਹਿਤ ਹੀ ਲਾਈ ਸੀ ਕਿ ਕੋਈ ਮਤਲਬ ਕਿ ਇਹਦਾ ਜਿਹੜਾ ਉਲੰਘਣਾ ਜਿਹੜੀ ਨਾ ਕਰੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ। ਇੱਕ ਅਭੇਦ ਹੋ ਗਈ ਸੀ ਅਕਾਲ ਪੁਰਖ ਦੇ ਨਾਲ ਇਸ ਜਗ੍ਹਾ ਦੇ ਉੱਤੇ, ਜਿਹੜਾ ਕਿ ਇਹ ਬਚਨ ਨੂੰ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਅਸੀਂ ਗੁਪਤ ਰੂਪ ਹੋ ਕੇ ਹੀ ਇੱਥੇ ਬੈਠ ਗਏ ਸੀਗੇ ਜੀ। ਭਾਈ ਸਾਹਿਬ ਜੀ, ਇਤਿਹਾਸ ਦੇ ਵਿੱਚ ਇਹ ਜਿਹੜਾ ਪਿੰਡ ਹੈ ਬਾਸਰ ਕੇ ਗਿੱਲ ਬੜਾ ਮਹਾਨ ਹੈ। ਸਾਡੇ ਸਰੋਤਿਆਂ ਨੂੰ ਜ਼ਰੂਰ ਦੱਸੋ ਕਿ ਇਹ ਕਿੰਨੇ ਗੁਰੂ ਸਾਹਿਬਾਨਾਂ ਦੇ ਨਾਲ ਇਹ ਜਿਹੜਾ ਪਿੰਡ ਹੈ ਇਹ ਜੁੜਿਆ ਹੈ, ਅਤੇ ਸੁਣ ਦੇ ਵਿੱਚ ਆਇਆ ਕਿ ਭਾਈ ਗੁਰਦਾਸ ਜੀ ਦਾ ਵੀ ਇਹ ਜਨਮ ਸਥਾਨ ਹੈ। ਹਾਂਜੀ ਬਿਲਕੁਲ ਜੀ, ਭਾਈ ਗੁਰਦਾਸ ਜੀ ਪੰਜਵੇਂ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਆਪਾਂ ਭਲੀ ਭਾਤ ਜਾਣਦੇ ਹੀ ਹਾਂ ਕਿ ਚੰਗੇ ਲਿਖਾਰੀ ਬ੍ਰਹਮ ਗਿਆਨੀ ਵਿਦਵਾਨ ਹੋਏ ਨੇ ਸਿੱਖ ਪੰਥ ਦੇ। ਔਰ ਭਾਈ ਗੁਰਦਾਸ ਜਨਮ ਸਥਾਨ ਜਿਹੜਾ ਇਸੇ ਨਗਰ ਹੀ ਹੈ ਜੀ। ਔਰ ਚੌਥੇ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਨਾਨਕੇ ਉਹ ਵੀ ਇਸੇ ਨਗਰ ਹੀ ਨੇ ਜੀ। ਬਾਹਰ ਇੱਕ ਬੋਰਡ ਲੱਗਾ ਹੈ ਇਤਿਹਾਸ ਦਾ, ਅਤੇ ਉਹਦੇ ਵਿੱਚ ਲਿਖਿਆ ਹੈ ਕਿ ਮਤਲਬ ਗੁਰੂ ਅਮਰਦਾਸ ਜੀ ਗੰਗਾ ਦੇ ਇਸ਼ਨਾਨ ਜਾਇਆ ਕਰਦੇ ਸੀ। ਬਿਲਕੁਲ ਜੀ, ਜਦੋਂ ਸੱਚੇ ਪਾਤਸ਼ਾਹ ਜੀ ਅਜੇ ਗੁਰੂ ਧਾਰਨ ਨਹੀਂ ਸੀ ਕੀਤਾ ਤਾਂ ਪਹਿਲਾਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਇੱਧਰ ਗੰਗਾ 'ਤੇ ਇਸ਼ਨਾਨ ਕਰਨ ਜਾਇਆ ਕਰਦੇ ਸੀ। ਉੱਥੇ ਫਿਰ ਇੱਕ ਸਾਧੂ ਦੇ ਨਾਲ ਮੇਲ ਹੋਇਆ। ਜਦੋਂ ਉਹ ਸਾਧੂ ਦੀ ਸੰਗਤ ਹੋਈ ਤਾਂ ਉਹਨੂੰ ਪ੍ਰਸ਼ਾਦਾ ਪਾਣੀ, ਉਹਦੀ ਜਲ ਪਾਣੀ ਛਕਾਇਆ। ਉਹਨੇ ਫਿਰ ਸਤਿਗੁਰਾਂ ਦਾ ਜਿਹੜਾ ਸੁਭਾਅ ਸੀਗਾ ਉਹ ਜਾਣ ਲਿਆ ਕਿ ਇਹ ਕਾਫੀ ਨਿਮਰਤਾ ਦੇ ਸੁਭਾਅ ਨੇ, ਇਹ ਜਾਣਨਾ ਕਰੀਏ ਕਿ ਇਹਨਾਂ ਨੇ ਗੁਰੂ ਕਿਹੜਾ ਧਾਰਨ ਕੀਤਾ, ਇਹਨਾਂ ਦੇ ਵਿੱਚ ਸ਼ੁਭ ਗੁਣ ਬਹੁਤ ਨੇ। ਜਦੋਂ ਸਵੇਰੇ ਪੁੱਛਿਆ ਗਿਆ ਕਿ ਆਪ ਜੀ ਦੱਸੋ, ਆਪ ਜੀ ਕਿਹੜਾ ਗੁਰੂ ਧਾਰਨ ਕੀਤਾ, ਜਦੋਂ ਇੰਨੀ ਗੱਲ ਕਹੀ ਤਾਂ ਸਤਿਗੁਰੂ ਜੀ ਆਪਣੇ ਮਨ ਦੇ ਵਿੱਚ ਝੂਰਨ ਲੱਗੇ ਕਿ ਅਸੀਂ ਤਾਂ ਅਜੇ ਤੱਕ ਕੋਈ ਗੁਰੂ ਹੀ ਧਾਰਨ ਨਹੀਂ ਕੀਤਾ। ਇਹ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਮਨ ਦੇ ਵਿੱਚ ਬਹੁਤ ਨਿਰਾਸ਼ਾ ਉਦੋਂ ਪ੍ਰਗਟ ਹੋਈ। ਔਰ ਉਹ ਸਾਧੂ ਜਿਹੜਾ ਸੀ ਉਹ ਵੀ ਕਾਫੀ ਨਾਰਾਜ਼ ਹੋਇਆ ਕਿ ਤੂੰ ਸਾਡੇ ਸਾਰੇ ਜਿਹੜੇ ਪੁੰਨ ਆ ਉਹ ਨਸ਼ਟ ਕਰ ਦਿੱਤੇ ਆ, ਅਸੀਂ ਨਿਗੁਰੇ ਦੇ ਹੱਥੋਂ ਜਿਹੜਾ ਵਾ ਪ੍ਰਸ਼ਾਦਾ ਛਕ ਲਿਆ। ਇਹ ਫਿਰ ਜਦੋਂ ਇੰਨਾ ਬਚਨ ਉਹਨੇ ਕਿਹਾ ਤੇ ਇਹ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਮਨ ਦੇ ਵਿੱਚ ਵੀ ਕਾਫੀ ਇੱਕ ਕਹਿ ਸਕਦੇ ਹਾਂ ਕਿ ਜਦੋਂ ਚੋਟ ਵੱਜੀ ਤਾਂ ਗੁਰੂ ਦੀ ਭਾਲ ਕਰਨੀ ਜਿਹੜੀ ਇਹ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਦੋਂ ਹੀ ਸ਼ੁਰੂ ਕਰ ਦਿੱਤੀ। ਜਦੋਂ ਆਪਣੇ ਨਗਰ ਆਏ, ਇੱਥੇ ਦੂਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਅੰਮ੍ਰਿਤ ਵੇਲੇ ਜਦੋਂ ਆਪਣੇ ਘਰ ਆਸਾ ਜੀ ਦੀ ਵਾਰ ਦਾ ਜਾਪ ਕਰ ਰਹੀ ਸੀ ਔਰ ਨਾਲ ਇੱਕ ਬੰਨੇ ਦੁੱਧ ਰਿੜਕ ਰਹੀ ਸੀ, ਔਰ ਗਰੀਬ ਨਵਾਜ਼ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਜਦੋਂ ਲੰਘੇ ਉੱਥੋਂ ਤੇ ਜਦੋਂ ਕੰਨਾਂ ਦੇ ਵਿੱਚ ਬਾਣੀ ਦੀ ਆਵਾਜ਼ ਪਈ ਤਾਂ ਜਾ ਕੇ ਪੁੱਛਿਆ ਕਿ ਬੇਟੀ ਇਹ ਜਿਹੜੀ ਬਾਣੀ ਇਹ ਕਿਹਦਾ ਜਾਪ ਕਰ ਰਹੀ ਆ? ਤਾਂ ਬੀਬੀ ਅਮਰੋ ਜੀ ਨੇ ਕਿਹਾ ਕਿ ਇਹ ਪਹਿਲੇ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਦਾ ਅਸੀਂ ਜਾਪ ਕਰ ਰਹੇ ਹਾਂ। ਔਰ
ਦੀਨਤਾ ਸਹਿਤ ਬੇਨਤੀ ਕੀਤੀ ਕਿ ਕਿਰਪਾ ਕਰੋ ਸਾਨੂੰ ਹੁਣ ਇਹਨਾਂ ਦੇ ਦਰਸ਼ਨ ਕਰਾਓ। ਬੀਬੀ ਜੀ ਕਹਿੰਦੇ ਕਿ ਇਸ ਵੇਲੇ ਤਾਂ ਸਾਡੇ ਪਿਤਾ ਜੀ ਜਿਹੜੇ ਗੁਰਤਾ ਗੱਦੀ ਤੇ ਬਿਰਾਜਮਾਨ ਨੇ, ਸਤਿਗੁਰੂ ਨਾਨਕ ਸਾਹਿਬ ਜੀ ਸਰੀਰ ਕਰਕੇ ਨਹੀਂ ਨੇ, ਔਰ ਬੇਨਤੀ ਕੀਤੀ ਕਿ ਸਾਨੂੰ ਕਿਰਪਾ ਕਰਕੇ ਉਹਨਾਂ ਦੇ ਦਰਸ਼ਨ ਕਰਾਓ। ਔਰ ਇਹ ਬੀਬੀ ਅਮਰੋ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਖੜਿਆ ਸੀਗਾ ਜੀ। ਇਤਿਹਾਸ ਜਦੋਂ ਪੜ੍ਹਦੇ ਹਾਂ, ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਗੁਰੂ ਅਮਰਦਾਸ ਜੀ ਨੂੰ ਕਾਫੀ ਵਡੇਰੀ ਉਮਰ ਦੇ ਵਿੱਚ ਗੱਦੀ ਪ੍ਰਾਪਤ ਹੋਈ ਸੀ। ਤੇ ਉਦੋਂ ਜਦੋਂ ਗੱਦੀ ਪ੍ਰਾਪਤ ਹੋਈ ਸੀ ਗੁਰੂ ਮਹਾਰਾਜ ਜੀ ਨੂੰ, ਉਦੋਂ ਕਿੰਨੀ ਕੁ ਉਮਰ ਸੀ? 73 ਸਾਲ ਦੀ ਉਮਰ ਜਿਹੜੀ ਆ ਇਹ ਦੱਸੀ ਗਈ ਸੱਚੇ ਪਾਤਸ਼ਾਹ ਜੀ ਜਦੋਂ ਗੁਰਤਾ ਗੱਦੀ ਤੇ ਇਹ ਬਿਰਾਜਮਾਨ ਹੋਏ ਸੀਗੇ ਜੀ। ਇੱਥੇ ਸੰਨ ਸਾਹਿਬ ਗੁਰਦੁਆਰੇ ਜਦੋਂ ਮਤਲਬ ਗੁਰੂ ਮਹਾਰਾਜ ਜੀ ਇੱਥੇ ਕੁਟੀਆ ਦੇ ਵਿੱਚ ਜਾਂ ਇੱਕ ਕਮਰੇ ਦੇ ਵਿੱਚ ਆਣ ਕੇ ਬੈਠ ਗਏ ਸੀ, ਬੰਦਗੀ ਦੇ ਵਿੱਚ ਲੀਨ ਹੋ ਗਏ ਸੀ, ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਆਣ ਕੇ ਸੰਨ ਲਾਈ। ਤੇ ਸੰਨ ਲਾ ਕੇ ਜਦੋਂ ਅੰਦਰ ਗਏ ਤੇ ਉਦੋਂ ਮਤਲਬ ਗੁਰੂ ਸਾਹਿਬ ਨੇ ਵਰ ਦਿੱਤਾ ਕਿ ਜਿਹੜੇ ਇਸ ਮਤਲਬ ਉਹ ਮੂਹਰੇ ਥਾਣੀ ਨਾਲ ਲੰਘੇਗਾ ਤਾਂ ਉਹਦੀ 84 ਕੱਟੀ ਜਾਵੇਗੀ। ਤੇ ਨਾਲ ਇੱਕ ਸਰੋਵਰ ਬਣਿਆ ਏ, ਕਿ ਸਰੋਵਰ ਵੀ ਉਹ ਗੁਰੂ ਮਹਾਰਾਜ ਦੇ ਟਾਈਮ ਤੇ ਹੀ ਉਹਨਾਂ ਨੇ ਬਣਵਾਇਆ ਕਿ ਜਾਂ ਇਹ ਬਾਅਦ ਚ ਬਣਾਇਆ ਗਿਆ ਹੈ? ਨਹੀਂ ਜੀ, ਇਹ ਜੀ 1955 ਦੇ ਵਿੱਚ ਇਸ ਗੁਰਦੁਆਰੇ ਦੀ ਜਿਹੜੀ ਆ ਉਸਾਰੀ ਨੀਂਹ ਪੱਥਰ ਬਾਬਾ ਖੜਕ ਸਿੰਘ ਉਹਨਾਂ ਨੇ, ਜੋ ਕਿ ਤਕਰੀਬਨ 4-5 ਕੁ ਸਾਲ ਦੇ ਸਮੇਂ ਦੇ ਵਿੱਚ ਜਿਹੜੀ ਇਹਦੀ ਤਿਆਰੀ ਹੋ ਚੁੱਕੀ ਸੀ। ਔਰ ਜਿਹੜਾ ਇਹ ਸਰੋਵਰ ਆ ਇਹ ਬਾਬਾ ਖੜਕ ਸਿੰਘ ਜੀ ਦੇ ਹੱਥਾਂ ਦੇ ਹੀ ਲੱਗਾ ਹੋਇਆ ਜੀ। ਜਿਹੜਾ ਦਰਵਾਜ਼ੇ ਦੇ ਵਿੱਚੋਂ ਦੀ ਸੰਨ ਲਾਈ ਆ, ਜਿਹੜਾ ਮੋਰਾ ਬਣਿਆ ਹੋਇਆ ਹੈ, ਉਹਦੀ ਕੀ ਮਰਿਆਦਾ? ਜਦੋਂ ਆਪਾਂ ਉਹਦੇ ਵਿੱਚੋਂ ਦੀ ਲੰਘ ਕੇ ਜਾਣਾ ਹੈ, ਕੋਈ ਉਹਦੀ ਮਰਿਆਦਾ ਵੀ ਹੈਗੀ ਹੈ? ਹਾਂਜੀ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਹੈ ਕਿ ਗਰੀਬ ਨਵਾਜ ਜੀ ਆਪ ਜੀ ਦੇ ਦਰ ਤੇ ਆਏ ਆ, ਕਿਰਪਾ ਕਰੋ ਸਾਡਾ ਜਿਹੜਾ ਆਵਾਗਾਉਣ ਦਾ ਚੱਕਰ ਆ ਇਹ ਕਿਰਪਾ ਕਰਕੇ ਆਪ ਜੀ ਮੁਕਤ ਕਰ ਦਿਓ। ਔਰ ਅਰਦਾਸ ਬੇਨਤੀ ਕਰਕੇ ਮਗਰਲੇ ਪਾਸਿਓਂ ਦੀ ਪਰਿਕਰਮਾ ਕਰਕੇ ਸੱਚੇ ਪਾਤਸ਼ਾਹ ਦੀਆਂ ਇਹ ਸੰਨ ਦੇ ਵਿੱਚੋਂ ਦੀ ਲੰਘੀਦਾ ਜੀ। ਇੱਥੇ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ ਜਾਂ ਮਨਾਇਆ ਜਾਂਦਾ ਹੈ? ਇੱਥੇ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਹਾੜਾ ਮਨਾਇਆ ਜਾਂਦਾ ਜੀ। ਠੀਕ ਹੈ ਜੀ। ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਨ ਸੰਨ ਸਾਹਿਬ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ, ਜਿਨ੍ਹਾਂ ਨੇ ਇਤਿਹਾਸਕ ਜਾਣਕਾਰੀ ਦਿੱਤੀ ਹੈ ਔਰ ਬੜੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ। ਤੇ ਇੱਥੋਂ ਦਾ ਕੀ ਇਤਿਹਾਸ ਸੀ ਤੇ ਉਹ ਜਿਹੜੇ ਸੰਨ ਲਾਈ ਸੀ, ਸੰਨ ਥਾਣੀ ਲੰਘ ਕੇ ਜਦੋਂ ਆਪਾਂ ਜਾਂਦੇ ਹਾਂ ਤਾਂ 84 ਕੱਟੀ ਜਾਂਦੀ ਹੈ। ਹੋਰ ਵੀ ਇੱਥੇ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਕਈ ਦੁੱਖ ਜਿਹੜੇ ਨੇ ਉਹ ਦੂਰ ਹੁੰਦੇ ਨੇ। ਸੋ ਇਹੋ ਜਿਹੀਆਂ ਹੋਰ ਇਤਿਹਾਸਕ ਜਾਣਕਾਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਸਾਡੇ ਨਾਲ। ਤਦ ਤੱਕ ਸਾਨੂੰ ਦਿਓ ਇਜਾਜ਼ਤ। ਮੈਂ ਤੁਹਾਡਾ ਆਪਣਾ ਗੁਰਦਿਆਲ ਸਿੰਘ, ਅੰਮ੍ਰਿਤਸਰ।